ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪੰਜਾਬ ਦੇ ਵਿੱਚ ਕਿਸੇ ਵੀ ਵਿਅਕਤੀ, ਕਿਸੇ ਵੀ ਬਸ਼ਿੰਦੇ ਜਾਂ ਕਿਸੇ ਵੀ ਨਾਗਰਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ, ਉਸ ਦੀ ਜਾਨ ਤੇ ਮਾਲ ਦੀ ਰੱਖਿਆ ਕਰਨੀ, ਇਹ ਇੱਕ ਪੰਜਾਬ ਪੁਲਿਸ ਦਾ ਬੁਨਿਆਦੀ ਫਰਜ਼ ਆ। ਉਹਨਾਂ ਦੀ ਸੰਵਿਧਾਨਿਕ ਜ਼ਿੰਮੇਵਾਰੀ ਵੀ ਹੈ। ਪਰ ਤੁਸੀਂ ਇਹ ਦੱਸੋ ਕਿ ਜੇ ਖੁਦ ਉਸੇ ਪੰਜਾਬ ਪੁਲਿਸ ਦਾ ਅਫਸਰ ਖੁਦ ਹਿੰਸਾ ਦਾ ਸ਼ਿਕਾਰ ਹੋ ਜੇ, ਔਰ ਉਹ ਵੀ ਇੱਕ ਸੱਤਾਧਾਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ, ਉਸ ਦੇ ਐਮਐਲਏ ਦਾ, ਯਾਨੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦਾ, ਤੇ ਫਿਰ ਕੀ ਬਣੂ? ਦਰਅਸਲ ਇਸ ਐਮਐਲਏ ਨੇ ਇੱਕ ਪੰਜਾਬ ਪੁਲਿਸ ਦੇ ਅਫਸਰ ਨੂੰ ਆਪਣੇ ਦਫ਼ਤਰ ਦੇ ਵਿੱਚ ਸੱਦ ਲਿਆ ਤੇ ਉੱਥੇ ਜਾ ਕੇ ਉਹਦੀ ਕੁੱਟਮਾਰ ਹੋਈ ਤੇ ਇਹ ਬੇਇੱਜ਼ਤ ਹੋਇਆ ਪੰਜਾਬ ਪੁਲਿਸ ਦਾ ਅਫਸਰ ਕੇਸ ਦਰਜ ਕਰਾਉਣਾ ਚਾਹੁੰਦਾ ਤੇ ਕਿੰਨਾ ਮੁਸ਼ਕਲਾਂ ਦਾ ਇਸ ਨੂੰ ਸਾਹਮਣਾ ਕਰਨਾ ਪੈਂਦਾ। ਇਹ ਸਾਰੀ ਕਹਾਣੀ ਮੈਂ ਤੁਹਾਨੂੰ ਤਫਸੀਲ ਦੇ ਨਾਲ ਦੱਸੂਗਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ। ਤੇ ਦੂਸਰੀ ਅਸੀਂ ਗੱਲ ਕਰਾਂਗੇ ਡਾਕਟਰ ਭੀਮ ਰਾਓ ਅੰਬੇਦਕਰ ਦੀ। ਸਾਨੂੰ ਸੰਵਿਧਾਨ ਦੇ ਕੇ ਗਏ ਨੇ। ਸਾਡੀ ਪੂਰੀ ਦੀ ਪੂਰੀ ਡੈਮੋਕ੍ਰੇਸੀ ਜਾਂ ਸਾਡਾ ਜਿਹੜਾ ਲੋਕਤੰਤਰ ਆ, ਜਮਹੂਰੀਅਤ ਆ, ਉਹ ਇਸੇ ਸੰਵਿਧਾਨ ਦੇ ਉੱਤੇ ਖੜਾ ਹੋਇਆ। ਸੋ ਭਾਰਤੀ ਜਨਤਾ ਪਾਰਟੀ ਇਸ ਨੂੰ ਹੁਣ ਬਦਲਣਾ ਕਿਉਂ ਚਾਹੁੰਦੀ ਆ? ਕਿਉਂ ਉਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਸੰਵਿਧਾਨ ਆ ਪੁਰਾਣਾ ਹੋ ਗਿਆ? ਇਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਖੀਰ ਤੇ ਗੱਲ ਕਰਾਂਗੇ। ਤਾਂ ਕੱਲ ਮੈਂ ਤੁਹਾਨੂੰ ਇੱਕ ਗੱਲ ਸੁਣਾਈ ਸੀ ਕਿ ਕਿਸ ਤਰ੍ਹਾਂ ਕੰਟਰੋਲਰ ਆਡੀਟਰ ਜਨਰਲ ਆਫ ਇੰਡੀਆ, ਕੈਗ ਜਿਹਨੂੰ ਆਪਾਂ ਕਹਿ ਦਿੰਦੇ ਆ, ਪਿਛਲੇ ਦਿਨਾਂ ਦੇ ਵਿੱਚ ਮੌਨਸੂਨ ਸੈਸ਼ਨ ਦੇ ਦੌਰਾਨ ਲੋਕ ਸਭਾ ਦੇ ਵਿੱਚ ਕੁਝ ਰਿਪੋਰਟਸ ਪੇਸ਼ ਕੀਤੀਆਂ ਗਈਆਂ, ਇਸੇ ਕੈਗ ਨੇ ਕੀਤੀਆਂ, ਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਤੇ ਬੇਨਿਯਮੀਆਂ ਦੇ, ਇਰੈਗੂਲੈਰਿਟੀਜ਼ ਦੇ ਜਾਂ ਭ੍ਰਿਸ਼ਟਾਚਾਰ ਦੇ ਕੁਝ ਇਲਜ਼ਾਮ ਲੱਗੇ। ਪਰ ਜਦੋਂ ਇਹਨਾਂ ਤੱਥਾਂ ਨੂੰ ਥੋੜਾ ਹੋਰ ਖੰਗਾਲਿਆ ਗਿਆ, ਥੋੜਾ ਹੋਰ ਨੇੜਿਓਂ ਦੇਖਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਫਿਰ ਪਤਾ ਲੱਗਾ ਕਿ ਇਹ ਜਿਹੜੀਆਂ ਬੇਨਿਯਮੀਆਂ ਨੇ, ਇਹ ਜਿਹੜੀਆਂ ਇਰੈਗੂਲੈਰਿਟੀਜ਼ ਨੇ ਜਾਂ ਭ੍ਰਿਸ਼ਟਾਚਾਰ ਆ, ਇਹ ਕੇਵਲ ਤੇ ਕੇਵਲ ਇੱਕ ਮੰਤਰੀ ਦੇ ਵਿਰੁੱਧ ਹੀ ਕਿਉਂ ਆ? ਮੈਂ ਗੱਲ ਕਰ ਰਿਹਾ ਨਿਤਿਨ ਗਡਕਰੀ ਦੀ। ਕੀ ਨਿਤਿਨ ਗਡਕਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਸਿਆਸੀ ਖਤਰਾ ਬਣ ਗਏ ਆ ਸਨ 2024 ਦੀਆਂ ਚੋਣਾਂ ਦੇ ਵਿੱਚ? ਇਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਬੀਤੇ 14 ਅਗਸਤ ਨੂੰ, ਜਿਹੜਾ ਪਿਛਲਾ ਸੋਮਵਾਰ ਸੀ, ਉਸ ਦਿਨ ਸਵੇਰੇ ਲਗਭਗ 10:30 ਵਜੇ ਰੰਗੜ ਨੰਗਲ ਇੱਕ ਪਿੰਡ ਆ ਬਟਾਲੇ ਪੁਲਿਸ ਜ਼ਿਲ੍ਹੇ ਦੇ ਵਿੱਚ, ਬਟਾਲੇ ਤੋਂ ਲਗਭਗ ਹੋ ਸਕਦਾ 2-3 ਕਿਲੋਮੀਟਰ ਦੀ ਦੂਰੀ ਤੇ ਹੋਵੇ। ਉੱਥੇ ਉਸੇ ਪੁਲਿਸ ਸਟੇਸ਼ਨ ਦੇ ਵਿੱਚ ਐਸਐਚਓ ਹੁੰਦੇ ਆ ਸੁਖਵਿੰਦਰ ਸਿੰਘ। ਉਹਨਾਂ ਨੂੰ ਫੋਨ ਆਉਂਦਾ ਤੇ ਉਹ ਆਪਣੇ ਸਬ ਇੰਸਪੈਕਟਰ ਕੈਲਾਸ਼ ਚੰਦਰ ਨੂੰ ਦੱਸਦੇ ਆ, ਕਹਿੰਦੇ ਮੈਨੂੰ ਸ਼੍ਰੀ ਹਰਗੋਬਿੰਦਪੁਰ ਦੇ ਐਮਐਲਏ ਜਿਨ੍ਹਾਂ ਦਾ ਨਾਮ ਅਮਰਪਾਲ ਸਿੰਘ ਆ, ਉਹਨਾਂ ਦਾ ਫੋਨ ਆਇਆ। ਉਹ ਮੈਨੂੰ ਬੁਲਾਉਂਦੇ ਸੀ ਤੇ ਤੁਹਾਡੇ ਬਾਰੇ ਵੀ ਪੁੱਛਦੇ ਸੀ, ਤੇ ਤੁਸੀਂ ਜਾ ਕੇ ਉੱਥੇ ਪਤਾ ਕਰ ਆਓ ਕਿ ਕੀ ਚਾਹੁੰਦੇ ਨੇ। ਉਹ ਕੋਈ ਗੱਲ ਕਰਨਾ ਚਾਹੁੰਦੇ ਆ ਜਾਂ ਤੁਹਾਡੇ ਨਾਲ ਕਿਸੇ ਮਸਲੇ ਦਾ ਕੋਈ ਵੇਰਵਾ ਤੁਹਾਡੇ ਤੋਂ ਲੈਣਾ ਚਾਹੁੰਦੇ ਆ, ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ। ਤੇ ਇਹ ਕੈਲਾਸ਼ ਚੰਦਰ ਸਬ ਇੰਸਪੈਕਟਰ, ਜਿਹਦੀ 33 ਸਾਲ ਦੀ ਸਰਵਿਸ ਹੋਈ ਹੁੰਦੀ ਆ, ਇਹ ਆਪਣਾ ਮੋਟਰਸਾਈਕਲ ਲੈਂਦਾ ਤੇ ਨਾਲ ਦੀ ਨਾਲ ਇਹ ਉੱਥੋਂ ਚੱਲਣਾ ਸ਼ੁਰੂ ਕਰ ਦਿੰਦਾ। ਪਹਿਲਾਂ ਇਸ ਨੂੰ ਬੁਲਾਇਆ ਜਾਂਦਾ ਕਿਸ਼ਨਕੋਟ, ਕਹਿੰਦੇ ਕਿਸ਼ਨਕੋਟ ਆ ਜਾਓ, ਪਰ ਐਨ ਮੌਕੇ ਤੇ ਇਹ ਸਥਾਨ ਬਦਲ ਦਿੱਤਾ ਜਾਂਦਾ। ਕਹਿੰਦੇ ਨਹੀਂ, ਹੁਣ ਤੁਸੀਂ ਇਸ ਤਰ੍ਹਾਂ ਕਰੋ, ਮਿਸ਼ਰਪੁਰੇ ਆ ਜਾਓ। ਮਿਸ਼ਰਪੁਰਾ ਵੀ ਉੱਥੋਂ ਨੇੜੇ ਹੀ ਆ। ਤੇ ਲਗਭਗ 11 ਵਜੇ ਸਵੇਰੇ ਕੈਲਾਸ਼ ਚੰਦਰ ਸਬ ਇੰਸਪੈਕਟਰ ਉੱਥੇ ਪਹੁੰਚ ਜਾਂਦਾ ਤੇ ਵਰਦੀ ਦੇ ਵਿੱਚ ਹੁੰਦਾ, ਇਹਨੇ ਯੂਨੀਫਾਰਮ ਪਾਈ ਹੁੰਦੀ ਆ। ਇੱਥੇ ਮੈਂ ਥੋੜ੍ਹੀ ਜਿਹੀ ਇਹ ਵੀ ਦੱਸਦਾ ਕਿ ਕੈਲਾਸ਼ ਚੰਦਰ ਨੇ ਜਿਹੜੀ FIR ਦਰਜ ਹੋਈ ਆ, ਉਹਦੇ ਵਿੱਚ ਲਿਖਿਆ ਕਿ ਉਹ ਇੱਕ ਜ਼ਰੂਰ ਹਿੰਦੂ ਪਰਿਵਾਰ ਤੋਂ ਆ, ਪਰ ਉਹ ਸ਼ੁਰੂ ਤੋਂ ਹੀ ਪੱਗ ਬੰਨ੍ਹਦਾ। ਸੋ ਇਹ ਯੂਨੀਫਾਰਮ ਦੇ ਵਿੱਚ ਉੱਥੇ ਪਹੁੰਚ ਜਾਂਦਾ, ਔਰ ਉੱਥੇ ਜਾ ਕੇ ਜਿਉਂ ਹੀ ਉੱਥੇ ਪੁੱਛਦਾ ਕਿ ਕਿੱਥੇ ਆ MLA ਸਾਹਿਬ, ਅਮਰਪਾਲ ਸਿੰਘ ਕਿੱਥੇ ਆ, ਮੈਂ ਉਹਨਾਂ ਨੂੰ ਮਿਲਣਾ। ਤੇ ਅਚਾਨਕ ਇੱਕ ਬੰਦਾ ਆਉਂਦਾ, ਇਹਨਾਂ ਦੇ ਚਪੇੜ ਮਾਰਦਾ। ਉਸ ਤੋਂ ਬਾਅਦ ਇਹਨਾਂ ਦੀ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ ਤੇ ਇੰਨੇ ਨੂੰ ਜਿਹੜੇ ਇਹ MLA ਆ, ਅਮਰਪਾਲ ਸਿੰਘ ਵੀ ਸਾਹਮਣੇ ਆਉਂਦਾ। ਤੇ ਇਹ ਜਿਹੜਾ ਸਬ ਇੰਸਪੈਕਟਰ ਆ ਪੰਜਾਬ ਪੁਲਿਸ ਦਾ, ਇਹ ਸ਼ਿਕਾਇਤ ਕਰਦਾ, ਇਹ ਰੌਲਾ ਪਾਉਂਦਾ, ਦੁਹਾਈ ਦਿੰਦਾ, ਕਹਿੰਦਾ ਦੇਖੋ ਜੀ ਮੇਰੇ ਨਾਲ ਕੀ ਹੋ ਰਿਹਾ, ਔਰ ਤੁਹਾਡੇ ਸਾਹਮਣੇ ਹੋ ਰਿਹਾ। ਤੇ ਅਮਰਪਾਲ ਸਿੰਘ ਦਾ ਕਹਿੰਦਾ ਤੇਰੇ ਨਾਲ ਤਾਂ ਇਸ ਤਰ੍ਹਾਂ ਹੋਣਾ ਹੀ ਸੀ। ਬਜਾਏ ਕਿ ਉਸ ਨੂੰ ਬਚਾਉਣ ਦੇ, ਇਹ ਜਿਹੜਾ ਮੈਂਬਰ ਲੈਜਿਸਲੇਟਿਵ ਅਸੈਂਬਲੀ ਆ, ਜਿਸ ਨੇ ਖੁਦ ਕਾਨੂੰਨ ਬਣਾਉਣੇ ਆ ਵਿਧਾਨ ਸਭਾ ਦੇ ਵਿੱਚ, ਆਪਣੇ ਸਾਹਮਣੇ ਕਾਨੂੰਨਾਂ ਨੂੰ ਭੰਗ ਹੁੰਦੇ ਦੇਖਦਾ, ਕਾਨੂੰਨ ਨੂੰ ਭੰਗ ਹੁੰਦੇ ਆਪ ਦੇਖਦਾ ਹੈ।
ਜਦੋਂ ਇਹ ਫਿਰ ਕੋਸ਼ਿਸ਼ ਕਰਦਾ ਕਿ ਇਸ ਨੂੰ ਬਚਾਇਆ ਜਾਵੇ, ਇਸ ਦੇ ਇਸੇ ਦੌਰਾਨ ਇੱਕ ਹਰਜਿੰਦਰ ਸਿੰਘ ਨਾਮ ਦਾ ਵਿਅਕਤੀ ਤੇ ਦੂਸਰਾ ਦਵਿੰਦਰ ਸਿੰਘ ਇਹ ਇਸ ਦੇ ਘਸੁੰਨ ਮੁੱਕੇ ਮਾਰਨੇ ਸ਼ੁਰੂ ਕਰ ਦਿੰਦੇ ਨੇ। ਔਰ ਇਸ ਦੌਰਾਨ ਇਸ ਦੀ ਵਰਦੀ ਵੀ ਫਟ ਜਾਂਦੀ ਆ, ਇਸ ਦੀ ਪੱਗ ਵੀ ਲੈ ਜਾਂਦੀ ਆ, ਇਹਦੇ ਸੱਟਾਂ ਵੀ ਲੱਗਦੀਆਂ। ਤੇ ਇਹ ਜਦੋਂ ਬਾਰ-ਬਾਰ ਕਹਿੰਦਾ ਕਿ ਮੇਰਾ ਕਸੂਰ ਕੀ ਆ, ਤੇ ਫਿਰ ਉਹ ਜਿਹੜਾ ਹਰਜਿੰਦਰ ਸਿੰਘ ਆ, ਹਰਜਿੰਦਰ ਸਿੰਘ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਇਹ ਜ਼ਮਾਨਤੀ ਆ। 307 ਦੇ ਮੁਕੱਦਮੇ ਦੇ ਵਿੱਚੋਂ ਅਟੈਂਪਟ ਟੂ ਮਰਡਰ ਜਿਹਨੂੰ ਆਪਾਂ ਕਹਿੰਦੇ ਆ, ਉਸ ਤੋਂ ਹੁਣੇ ਪਿਛਲੇ ਦਿਨਾਂ ਦੇ ਵਿੱਚ ਜ਼ਮਾਨਤ ਤੇ ਬਾਹਰ ਆਇਆ ਹੋਇਆ। ਤੇ ਇਹ ਕਹਿੰਦਾ ਕਿ ਮੈਨੂੰ ਕਿਸੇ ਸਰਪੰਚ ਨੇ ਦੱਸਿਆ ਕਿ ਤੂੰ ਮੇਰੀ ਕੁੜੀ ਦੀਆਂ ਕੋਈ ਵੀਡੀਓ ਸੀ, ਕੋਈ ਫੋਟੋ ਸੀ, ਉਹ ਵਾਇਰਲ ਕਰਤੀਆਂ ਜਾਂ ਲੋਕਾਂ ਨੂੰ ਦਿਖਾਤੀਆਂ, ਇਸ ਕਰਕੇ ਤੇਰੇ ਨਾਲ ਤਾਂ ਇਸੇ ਤਰ੍ਹਾਂ ਹੀ ਹੋਣੀ ਆ। ਤੁਸੀਂ ਦੇਖੋ ਇਹ ਮਾਹੌਲ ਦੇਖੋ। ਔਰ ਤੁਹਾਨੂੰ ਮੈਂ ਇਹ ਵੀ ਦੱਸਦਾ, ਜਿੱਥੇ ਇਹ ਮਿਸ਼ਰਪੁਰੇ ਦੇ ਵਿੱਚ ਜਾਂਦਾ, ਇਹ ਸਬ ਇੰਸਪੈਕਟਰ ਜਿੱਥੇ ਇਹ MLA ਹੁੰਦਾ, ਜਿਹੜਾ ਉਹਦਾ ਦਫ਼ਤਰ ਆ, ਉੱਥੇ ਤਮਾਮ ਦੁਨੀਆ ਬੈਠੀ ਹੁੰਦੀ ਆ, ਪਬਲਿਕ ਬੈਠੀ ਹੁੰਦੀ ਆ। ਔਰ ਜਿਹਨੂੰ ਆਪਾਂ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਫੁੱਲ ਪਬਲਿਕ ਵਿਊ ਦੇ ਵਿੱਚ ਇਸ ਸਬ ਇੰਸਪੈਕਟਰ ਨੂੰ ਕੁੱਟਿਆ ਜਾਂਦਾ। ਆਖਿਰਕਾਰ ਇਹ ਉੱਥੋਂ ਆਪਣੀ ਜਾਨ ਬਚਾ ਕੇ ਆਉਂਦਾ ਤੇ ਆ ਕੇ ਆਪਣੇ SHO ਸੁਖਵਿੰਦਰ ਸਿੰਘ ਨੂੰ ਦੱਸਦਾ ਕਿ ਮੇਰੇ ਨਾਲ ਤਾਂ ਇਹ ਕੁਝ ਉੱਥੇ ਵਾਪਰ ਗਿਆ, ਤੁਸੀਂ ਉੱਥੇ ਚੱਲੋ। ਸੁਖਵਿੰਦਰ ਸਿੰਘ ਜਾਂਦਾ ਜ਼ਰੂਰ ਆ, ਪਰ ਨਾਲ ਦੀ ਨਾਲ ਵਾਪਸ ਆ ਜਾਂਦਾ ਤੇ ਆ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦਾ। ਇਹੀ ਨਹੀਂ, ਇਹਨਾਂ ਦਾ ਇੱਕ DSP ਹੈ, ਡਿਪਟੀ ਸੁਪਰਡੈਂਟ ਆਫ ਪੁਲਿਸ, ਜਿਹਦਾ ਨਾਮ ਹੈ ਰਾਜੇਸ਼ ਕੱਕੜ ਆ। ਬਜਾਏ ਇਹ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ, ਚਾਹੇ ਹਰਜਿੰਦਰ ਸਿੰਘ ਸੀ, ਚਾਹੇ ਦਵਿੰਦਰ ਸਿੰਘ ਸੀ, ਤੇ ਚਾਹੇ ਅਮਰਪਾਲ ਸਿੰਘ ਦੇ ਖਿਲਾਫ ਐਕਸ਼ਨ ਲੈਣ ਦੀ ਬਜਾਏ ਇਹ ਇਸ ਆਪਣੇ ਸਬ ਇੰਸਪੈਕਟਰ ਨੂੰ ਕਹਿੰਦਾ ਤੂੰ ਸਮਝੌਤਾ ਕਰਾ ਲਾ। ਤੈਨੂੰ ਤਾਂ ਸਮਝੌਤਾ ਕਰ ਲੈਣਾ ਚਾਹੀਦਾ, ਕਿਉਂਕਿ ਅੱਗੇ ਜਾ ਕੇ ਹੋ ਸਕਦਾ ਭਵਿੱਖ ਲਈ ਤੇਰੇ ਲਈ ਕੋਈ ਬਹੁਤ ਵਧੀਆ ਨਾ ਹੋਵੇ। ਬਹੁਤ ਮਿੰਨਤਾਂ ਵੀ ਕਰਦਾ, ਤਰਲੇ ਵੀ ਕਰਦਾ ਤੇ ਆਪਣੇ ਅਫਸਰ ਹੋਣ ਦੀ ਧੌਂਸ ਵੀ ਦਿੰਦਾ, ਕਿਉਂਕਿ ਪਤਾ ਇਹ ਲੱਗਾ ਕਿ ਇਸੇ ਅਮਰਪਾਲ ਸਿੰਘ ਨੇ ਇਸ ਰਾਜੇਸ਼ ਕੱਕੜ ਨਾਮ ਦੇ ਵਿਅਕਤੀ ਨੂੰ ਇੱਥੇ DSP ਲਵਾਇਆ ਹੋਇਆ। ਉਸ ਦੀ ਸਿਫਾਰਿਸ਼ ਤੇ ਹੀ DSP ਲੱਗਾ। ਆਖਿਰਕਾਰ ਜਦੋਂ ਸਬ ਇੰਸਪੈਕਟਰ ਕਹਿੰਦਾ ਕਿ ਦੇਖੋ ਜੀ, ਮੈਂ ਨਹੀਂ ਬਿਲਕੁਲ ਮੰਨਣਾ, ਇਹ FIR ਜਾਂ ਕੇਸ ਦਰਜ ਹੋਣਾ ਚਾਹੀਦਾ, ਕਿਉਂਕਿ ਮੇਰੀ ਬੇਇੱਜ਼ਤੀ ਬਹੁਤ ਹੋ ਗਈ ਆ। 33 ਸਾਲਾਂ ਦੀ ਸਰਵਿਸ ਦੇ ਵਿੱਚ ਮੇਰੇ ਨਾਲ ਕਦੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਸੋ ਮੇਰੀ ਤਾਂ ਰਿਟਾਇਰਮੈਂਟ ਸਨ 2026 ਦੇ ਵਿੱਚ ਆ, ਤੇ ਉਸ ਤੋਂ ਬਾਅਦ ਮੈਂ ਇਸ ਤਰ੍ਹਾਂ ਦਾ ਦਾਗ ਲੈ ਕੇ ਕਦੇ ਨਹੀਂ ਜਾਣਾ, ਕਿਉਂਕਿ ਅੱਜ ਤੱਕ ਹੋਇਆ ਹੀ ਨਹੀਂ। ਆਖਿਰਕਾਰ ਇਹ ਮਾਮਲਾ ਬਟਾਲੇ ਦੇ SSP ਕੋਲੇ ਪਹੁੰਚਦਾ। ਅਸ਼ਵਨੀ ਗੋਟਿਆਲ ਉਹਨਾਂ ਦਾ ਨਾਮ ਆ। ਉਹ ਇੰਟਰਵੀਨ ਕਰਦੇ ਨੇ ਤੇ ਫਿਰ ਜਾ ਕੇ ਤੁਸੀਂ ਦੇਖੋ 10 ਘੰਟਿਆਂ ਬਾਅਦ ਕੇਸ ਦਰਜ ਹੁੰਦਾ ਤੇ ਫਿਰ IPC ਦੀਆਂ ਧਾਰਾਵਾਂ ਲੱਗਦੀਆਂ ਨੇ। IPC 353 ਲੱਗਦੀ ਆ, ਇੰਡੀਅਨ ਪੀਨਲ ਕੋਡ ਦੀ 186 ਲੱਗਦੀ ਆ। ਇਹ ਦੋਨੇ ਧਾਰਾਵਾਂ ਹੁੰਦੀਆਂ ਨੇ ਜਦੋਂ ਤੁਸੀਂ ਕਿਸੇ ਪਬਲਿਕ ਸਰਵੈਂਟ ਨੂੰ, ਕਿਸੇ ਸਰਕਾਰੀ ਕਰਮਚਾਰੀ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਦੇ ਹੋ ਜਾਂ ਕਿਸੇ ਤਰ੍ਹਾਂ ਦਾ ਕੋਈ ਵਿਘਨ ਪੈਦਾ ਕਰਦੇ ਹੋ, ਮੁਸ਼ਕਲਾਂ ਪੈਦਾ ਕਰਦੇ ਹੋ, ਤਦ ਕਰਕੇ ਇਹ ਧਾਰਾ ਲੱਗਦੀ ਹੈ। ਤੇ ਇਹ ਧਾਰਾਵਾਂ ਲੱਗੀਆਂ 295 ਲੱਗੀ ਕਿਸੇ ਦੀਆਂ ਰਿਲੀਜੀਅਸ ਫੀਲਿੰਗਸ ਨੂੰ ਜਾਂ ਉਹਦੀਆਂ ਭਾਵਨਾਵਾਂ ਨੂੰ ਹਰਟ ਕਰਨਾ, ਉਹਨਾਂ ਨੂੰ ਦੁੱਖ ਪਹੁੰਚਾਉਣਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਕੈਲਾਸ਼ ਚੰਦਰ ਇਹ ਪੱਗ ਬੰਨ੍ਹਦਾ ਸੀ, ਇਸ ਦੀ ਪੱਗ ਲਾ ਦਿੱਤੀ ਗਈ। ਇਸ ਤੋਂ ਇਲਾਵਾ ਕ੍ਰਿਮੀਨਲ ਇੰਟੀਮੀਡੇਸ਼ਨ 506 IPC ਦੀ ਉਹ ਧਾਰਾ ਵੀ ਲੱਗੀ। ਉਸ ਤੋਂ ਬਾਅਦ ਇਸ ਸਬ ਇੰਸਪੈਕਟਰ ਨੇ ਆਪਣਾ ਮੁਲਾਜ਼ਾ ਵੀ ਕਰਵਾਇਆ, ਯਾਨੀ ਕਿ ਆਪਣਾ ਮੈਡੀਕਲ ਚੈੱਕਅਪ ਕਰਾਇਆ। ਮੈਡੀਕਲ ਚੈੱਕਅਪ ਦੇ ਵਿੱਚ ਵੀ ਉਹ तमाम ਸੱਟਾਂ ਆਈਆਂ। ਇਹਦੀ ਅੱਖ ਤੇ ਵੀ ਸੱਟ ਵੱਜੀ, ਇਹਦੇ ਕੰਨ ਤੇ ਵੀ ਸੱਟ ਵੱਜੀ, ਇਹਦੇ ਕਈ ਗੁੱਝੀਆਂ ਸੱਟਾਂ ਵੀ ਲੱਗੀਆਂ। ਤੇ ਫਿਰ ਧਾਰਾ 332 IPC ਦੀ ਉਹ ਵੀ ਇਹਦੇ ਵਿੱਚ ਐਡ ਕੀਤੀ ਗਈ। ਇਹ ਵੀ ਹੁੰਦਾ ਕਿਸੇ ਵੀ ਸਰਕਾਰੀ ਕਰਮਚਾਰੀ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਣਾ। ਉਸ ਤੋਂ ਬਾਅਦ ਇਹ ਅੱਜ ਵੀ ਮਾਮਲਾ ਠੰਡਾ ਪਿਆ, ਪਰ ਮੈਂ ਤੁਹਾਨੂੰ ਅਗਲੀ ਗੱਲ ਦੱਸਦਾ। ਹਜੇ ਤੱਕ ਕਿਸੇ ਵੀ ਵਿਅਕਤੀ ਦੀ, ਨਾ ਹਰਜਿੰਦਰ ਸਿੰਘ ਦੀ, ਨਾ ਹੀ ਉਹਦੇ ਨਾਲ ਜਿਹੜਾ ਦਵਿੰਦਰ ਸਿੰਘ ਦੀ, ਉਸ ਦੀ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਹੋਈ ਹੈ। ਬਾਰ-ਬਾਰ ਇਸ ਸਬ ਇੰਸਪੈਕਟਰ ਨੇ ਕਿਹਾ ਆਪਣੇ ਉੱਚ ਅਧਿਕਾਰੀਆਂ ਨੂੰ ਕਿ ਮੈਂ MLA ਦੇ ਕਹਿਣ ਤੇ ਗਿਆ ਸੀ, ਅਮਰਪਾਲ ਸਿੰਘ ਦੇ ਕਹਿਣ ਤੇ ਗਿਆ ਸੀ, ਨਾ ਕਿ ਮੈਂ ਇਹਨਾਂ ਵਿਅਕਤੀਆਂ ਦੇ ਕਹਿਣ ਤੇ ਗਿਆ ਸੀ। ਪਰਚੇ ਦੇ ਵਿੱਚ ਉਸ MLA ਦਾ ਨਾਂ ਲਿਖੋ, ਪਰ ਲਿਖਿਆ ਨਹੀਂ ਗਿਆ। ਇਸੇ ਕਰਕੇ ਇਸ ਦਾ ਮਲਾਲ ਆ, ਇਹ ਚੁੱਪ ਕਰਕੇ ਬੈਠ ਜਾਂਦਾ। ਔਰ ਤੁਸੀਂ ਦੇਖੋ ਇਸ ਦਾ ਕੀ ਮੋਰਲ ਹੋਏਗਾ, ਕੀ ਇਸ ਨੂੰ ਨੌਕਰੀ ਕਰਨ ਦਾ ਕਿਸੇ ਤਰ੍ਹਾਂ ਦਾ ਕੋਈ ਜਜ਼ਬਾ ਹੋਏਗਾ। ਔਰ ਇਹ ਪਹਿਲਾ ਇਨਸੀਡੈਂਟ ਨਹੀਂ ਆ।
ਪੰਜਾਬ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਇਨਸੀਡੈਂਟ ਪਹਿਲਾਂ ਵੀ ਹੋਏ ਆ। ਜਦੋਂ ਤੁਹਾਨੂੰ ਪਤਾ ਹੀ ਹੋਣਾ, ਸਤੰਬਰ ਦੇ ਮਹੀਨੇ ਸਨ 2022 ਦੇ ਵਿੱਚ ਕਿਸ ਤਰ੍ਹਾਂ ਉੱਥੋਂ ਦੇ ਇੱਕ ਐਮਐਲਏ ਰਮਨ ਅਰੋੜਾ ਨੇ ਜਲੰਧਰ ਡੀਸੀਪੀਸੀ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ, ਨਰੇਸ਼ ਡੋਗਰਾ, ਇਹ 21-22 ਸਤੰਬਰ ਦੀ ਰਾਤ ਨੂੰ ਕਿਸ ਤਰ੍ਹਾਂ ਆਪਸ ਦੇ ਵਿੱਚ ਹੱਥੋਂ ਪਾਈ ਹੁੰਦੇ ਨੇ। ਬਲਕਿ ਇਸ ਡੀਸੀਪੀ ਨੂੰ, ਨਰੇਸ਼ ਡੋਗਰਾ ਨੂੰ ਕੁੱਟਿਆ ਮਾਰਿਆ ਜਾਂਦਾ ਤੇ ਬਾਅਦ ਦੇ ਵਿੱਚ ਬਜਾਏ ਕਿ ਇਸ ਐਮਐਲਏ ਤੇ ਐਕਸ਼ਨ ਲੈਣ ਦੇ, ਰਮਨ ਅਰੋੜਾ ਜਾਂ ਉਹਦੇ ਸਾਥੀਆਂ ਤੇ ਐਕਸ਼ਨ ਲੈਣ ਲਈ, ਇਹਦੇ ਨਾਲ ਇੱਕ ਹੋਰ ਵਿਅਕਤੀ ਵੀ ਹੁੰਦਾ ਜਿਹਦਾ ਨਾਮ ਹੁੰਦਾ ਇਹ ਰਾਜਨ ਅੰਗੁਰਾਲ ਉੱਥੋਂ ਦੇ ਇੱਕ ਐਮਐਲਏ ਸ਼ੀਤਲ ਅੰਗੁਰਾਲ ਦਾ ਭਰਾ, ਇਹ ਵੀ ਆਪਾਂ ਨੂੰ ਯਾਦ ਆ। ਲੇਕਿਨ ਬਾਅਦ ਦੇ ਵਿੱਚ ਨਰੇਸ਼ ਡੋਗਰੇ ਨੂੰ ਉੱਥੋਂ ਬਦਲ ਦਿੱਤਾ ਜਾਂਦਾ ਬਤੌਰ ਡੀਸੀਪੀ, ਫਲੋਰ ਭੇਜ ਦਿੱਤਾ ਜਾਂਦਾ, ਇਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ। ਸੋ ਇਸ ਕਰਕੇ ਤੁਸੀਂ ਦੇਖੋ, ਜਦੋਂ ਵੀ ਪੁਲਿਸ ਅਫਸਰ ਦੇ ਨਾਲ ਕੋਈ ਧੱਕਾ ਕਰਦਾ, ਔਰ ਖਾਸ ਤੌਰ ਤੇ ਸੱਤਾਧਾਰੀ ਪਾਰਟੀ ਦਾ ਐਮਐਲਏ, ਤੇ ਉਹਦਾ ਜਿਹੜਾ ਖਮਿਆਜ਼ਾ ਉਹ ਸਾਰੇ ਦਾ ਸਾਰਾ ਪੁਲਿਸ ਅਫਸਰ ਨੂੰ ਭੁਗਤਣਾ ਪੈਂਦਾ। ਔਰ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਬਾਅਦ ਦੇ ਵਿੱਚ ਰਮਨ ਅਰੋੜਾ ਹੋਣ ਜਾਂ ਇਹ ਰਾਜਨ ਅੰਗੁਰਾਲ ਸੀ, ਇਹਨਾਂ ਦੇ ਸਮਰਥਕਾਂ ਨੇ ਜਾ ਕੇ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਹੁੜਦੰਗ ਮਚਾਇਆ ਸੀ, ਕਿਸ ਤਰ੍ਹਾਂ ਉੱਥੋਂ ਦੇ ਡਾਕਟਰਸ ਦੇ ਨਾਲ, ਉੱਥੋਂ ਦੇ ਪੈਰਾਮੈਡਿਕ ਸਟਾਫ ਦੇ ਨਾਲ ਮਾੜਾ ਬਿਹੇਵ ਕੀਤਾ ਸੀ। ਉਸ ਤੋਂ ਬਾਅਦ ਇਸੇ ਰਮਨ ਅਰੋੜਾ ਨੇ ਮਾਫੀ ਵੀ ਮੰਗੀ ਸੀ, ਮਾਫੀ ਮੰਗ ਕੇ ਆਪਣੀ ਜਾਨ ਛੁਡਾਈ ਸੀ। ਉਸ ਤੋਂ ਬਾਅਦ ਇਹ ਕਿਹਾ ਸੀ ਕਿ ਰਾਜਨ ਅੰਗੁਰਾਲ ਵੀ ਮਾਫੀ ਮੰਗੂਗਾ। ਇਹ ਤਾਂ ਵੱਖਰੀ ਗੱਲ ਆ ਕਿ ਇਹਨਾਂ ਡਾਕਟਰਸ ਨੇ ਕੋਈ ਸਟੈਂਡ ਨਹੀਂ ਲਿਆ। ਇਹ ਵੀ ਇਕੱਲਾ ਇਨਸੀਡੈਂਟ ਨਹੀਂ, ਤੁਸੀਂ ਇਹ ਵੀ ਯਾਦ ਕਰੋ ਕਿ ਜਦੋਂ 24 ਫਰਵਰੀ ਦੀ ਗੱਲ ਆ, ਅਜਨਾਲੇ ਪੁਲਿਸ ਸਟੇਸ਼ਨ ਤੇ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਮੁਖੀ, ਉਹਨਾਂ ਦੇ ਸਮਰਥਕਾਂ ਨੇ ਅਟੈਕ ਕਰਤਾ ਸੀ। 6 ਪੁਲਿਸ ਅਫਸਰਾਂ ਦੇ ਸਿਰ ਪਾੜਤੇ ਸੀ। ਕਈ ਦਿਨ ਉਹ ਹਸਪਤਾਲ ਦੇ ਵਿੱਚ ਰਹੇ। ਇੱਕ ਐਸਪੀ ਰੈਂਕ ਦਾ ਅਧਿਕਾਰੀ ਵੀ ਉਹਦੇ ਵਿੱਚ ਸੀ। ਬਾਅਦ ਦੇ ਵਿੱਚ ਉਸ ਮਾਮਲੇ ਨੂੰ ਵੀ ਦਬਾ ਦਿੱਤਾ ਗਿਆ। ਔਰ ਤੁਸੀਂ ਯਾਦ ਕਰੋ, ਉਸ ਵਿੱਚ ਵੀ ਘੱਟੋ ਘੱਟ 10 ਦਿਨ ਲੱਗ ਗਏ FIR ਦਰਜ ਹੋਣ ਨੂੰ। ਕਿ ਇਸ ਤਰ੍ਹਾਂ ਮੋਰਲ ਬਰਕਰਾਰ ਰੱਖਿਆ ਜਾਏਗਾ? ਕਿ ਇਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਜਿਹੜਾ ਪੁਲਿਸ ਦਾ ਇੱਕ ਹੌਸਲਾ ਹੁੰਦਾ ਉਹ ਬੁਲੰਦ ਰਹੇਗਾ? ਕਿਤੇ ਨਾ ਕਿਤੇ ਉਹਨਾਂ ਨੂੰ ਫਰਜ਼ ਨਿਭਾਉਣ ਦੇ ਵਿੱਚ ਮੁਸ਼ਕਿਲ ਨਹੀਂ ਆਏਗੀ? ਔਰ ਇਸ ਲਈ ਜ਼ਿੰਮੇਵਾਰ ਕੌਣ ਆ? ਪੰਜਾਬ ਪੁਲਿਸ ਦੇ ਇਸ ਵਕਤ ਜਿਹੜੇ ਮੁਖੀ ਨੇ, ਆਫੀਸ਼ੀਏਟਿੰਗ DGP ਨੇ ਗੌਰਵ ਯਾਦਵ, ਇਹ ਜ਼ਿੰਮੇਵਾਰੀ ਇਹਨਾਂ ਨੂੰ ਲੈਣੀ ਚਾਹੀਦੀ ਹੈ। ਸਾਲ ਤੋਂ ਉੱਪਰ ਹੋ ਗਿਆ ਇਹਨਾਂ ਨੂੰ। ਆ ਨਸ਼ੇ ਵਗੈਰਾ ਜਾਂ ਜਿਹੜਾ ਲਾਅ ਐਂਡ ਆਰਡਰ ਆ, ਇਹਨਾਂ ਨੂੰ ਤਾਂ ਚਲੋ ਮੇਨਟੇਨ ਕਰਨ ਦੀ ਗੱਲ ਅਲੱਗ ਆ, ਉਹ ਤਾਂ ਇਹਨਾਂ ਤੇ ਰੋਜ਼ ਇਲਜ਼ਾਮ ਲੱਗਦੇ ਆ। ਲੇਕਿਨ ਇੱਥੇ ਇਲਜ਼ਾਮ ਇਹ ਲੱਗ ਰਿਹਾ ਕਿ ਇਹ ਆਪਣੀ ਹੀ ਫੋਰਸ ਦਾ ਮੋਰਲ ਅਪ ਰੱਖਣ ਦੇ ਵਿੱਚ, ਜਾਂ ਹੌਸਲਾ ਉੱਪਰ ਰੱਖਣ ਦੇ ਵਿੱਚ, ਜਾਂ ਉਸ ਨੂੰ ਬੁਲੰਦ ਰੱਖਣ ਦੇ ਵਿੱਚ ਬਿਲਕੁਲ ਨਾਕਾਮਯਾਬ ਨੇ। ਤੁਸੀਂ ਦੇਖੋ, ਜਿਹੜੀ ਮੈਂ ਤੁਹਾਨੂੰ ਸਬ ਇੰਸਪੈਕਟਰ ਕੈਲਾਸ਼ ਚੰਦਰ ਦੀ ਗੱਲ ਸੁਣਾ ਰਿਹਾ ਸੀ, ਉਸ ਵਿੱਚ ਵੀ ਬਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ, ਉਹਨਾਂ ਦੇ ਨਾਲ ਵਿਰਸਾ ਸਿੰਘ ਵਲਟੋਆ ਬੈਠੇ ਹੁੰਦੇ ਆ। ਉਹਨਾਂ ਨੇ ਜਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਜਾ ਕੇ ਇਸ ਪੁਲਿਸ ਅਫਸਰ ਲਈ ਇਨਸਾਫ ਮੰਗਿਆ। ਬੈਠੇ ਆ ਰਾਜਨਵੀਰ ਜੀ, ਸਾਡੇ ਇਲੈਕਸ਼ਨ ਲੜੇ ਆ ਸ਼੍ਰੀ ਹਰਗੋਬਿੰਦਪੁਰ ਹਲਕੇ ਤੋਂ। ਉੱਥੋਂ ਇੱਕ MLA ਸਾਹਿਬ ਨੇ ਆਮ ਆਦਮੀ ਪਾਰਟੀ ਦੇ ਅਮਰਪਾਲ ਸਿੰਘ, ਇਹਨਾਂ ਤੇ ਪਰਚਾ ਦਰਜ ਹੋਇਆ ਇਹਨਾਂ ਦੇ ਸਾਥੀਆਂ ਤੇ। ਔਰ ਪਰਚਾ ਦਰਜ ਕਿੰਨੀ ਤਰੀਕ ਨੂੰ ਹੋ ਰਿਹਾ? 14/8 ਇੰਡੀਪੈਂਡੈਂਸ ਈਵ ਦੇ ਦਿਨ 9:34 ਤੇ ਰਾਤ ਨੂੰ। ਕਾਹਦਾ ਪਰਚਾ ਦਰਜ ਹੋ ਰਿਹਾ? ਕਿ ਇਹਨਾਂ ਦੇ ਦਫ਼ਤਰ 'ਚ, MLA ਸਾਹਿਬ ਦੇ ਦਫ਼ਤਰ 'ਚ ASI ਨੂੰ ਕੁੱਟਿਆ ਗਿਆ, ਉਹਦੀ ਪੱਗ ਲਾਈ ਗਈ ਹੈ। ਪਹਿਲਾਂ ਉਹਨੂੰ ਸੱਦਿਆ ਜਾਂਦਾ ਉੱਥੇ, ਫਿਰ ਉਹਨੂੰ ਸੱਦ ਕੇ ਕੁੱਟਿਆ ਜਾਂਦਾ ਹੈ। ਔਰ ਕੁੱਟਣ ਤੋਂ ਬਾਅਦ ਜਦੋਂ ਰੌਲਾ ਵੱਧ ਜਾਂਦਾ, ਮੈਂ ਉਸ SI ਦੇ ਸਬ ਇੰਸਪੈਕਟਰ ਸਾਹਿਬ ਦਾ ਉਹਨੂੰ ਵਧਾਈ ਦਿੰਦਾ ਤੇ ਉਹਨੂੰ ਕਹਿੰਦਾ ਤਗੜਾ ਰਹੀ ਭਾਊ। ਤੇ ਸ਼ਾਬਾਸ਼ ਹੈ ਕਿ ਜੇ ਆਜ਼ਾਦੀ ਦਿਵਸ ਮਨਾ ਰਹੇ ਆ, ਇੱਕ ਪਾਸੇ ਪੁਲਿਸ ਵਾਲਿਆਂ ਦਾ ਸਨਮਾਨ ਹੋ ਰਿਹਾ ਰਾਸ਼ਟਰਪਤੀ ਮੈਡਲ ਨਾਲ, ਤੇ ਦੂਜੇ ਪਾਸੇ ਆ ਬਦਲਾਵ ਵਾਲੇ ਕੱਟਰ ਇਮਾਨਦਾਰ ਆਪਦੀ ਮੈਡਲ ਕਹਿ ਲੋ, ਆਪਦੀ ਸੇਵਾ ਕਰ ਰਹੇ ਆ ਸਬ ਇੰਸਪੈਕਟਰ ਦੀ, ਕਿ ਤੇਰੇ ਚੰਗੇ ਕੰਮ ਨੂੰ ਤੇਰੇ ਕੰਮ ਦੇ ਰਿਜ਼ਲਟ ਮਿਲ ਰਹੇ ਆ। ਕੀ ਗੌਰਵ ਯਾਦਵ ਇਹਦੇ ਲਈ ਇੱਕ ਉਦਾਹਰਨ ਸੈੱਟ ਕਰ ਸਕਦੇ ਨੇ? ਇਸ ਅਮਰਪਾਲ ਸਿੰਘ MLA, ਜਿਨ੍ਹਾਂ ਦੇ ਕਹਿਣ ਤੇ ਇਹ ਸਬ ਇੰਸਪੈਕਟਰ ਉੱਥੇ ਗਿਆ,
ਉਸ ਐਮਐਲਏ ਤੇ ਐਫਆਈਆਰ ਕਿਉਂ ਨਹੀਂ, ਉਸ ਐਮਐਲਏ ਤੇ ਕੇਸ ਦਰਜ ਕਿਉਂ ਨਹੀਂ ਹੁੰਦਾ। ਤੇ ਦੂਸਰੇ ਪਾਸੇ ਆ ਜਾਓ, ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਤਾਂ ਹੈ ਹੀ ਆ, ਉਹ ਪਾਰਟੀ ਦੇ ਅੱਜ ਵੀ ਪ੍ਰਧਾਨ ਆ। ਪਿਛਲੇ ਦਿਨਾਂ ਦੇ ਵਿੱਚ ਪ੍ਰਿੰਸੀਪਲ ਬੁੱਧਰਾਮ ਨੂੰ ਵੀ ਐਕਟਿੰਗ ਚੀਫ ਬਣਾਇਆ ਗਿਆ ਇਸੇ ਪਾਰਟੀ ਦਾ। ਤੇ ਇਹ ਆਪਣੇ ਪਾਰਟੀਆਂ ਨੂੰ, ਆਪਣੇ ਪਾਰਟੀ ਦੇ ਐਮਐਲਏਜ਼ ਨੂੰ, ਉਹਨਾਂ ਨੂੰ ਠੀਕ ਰੱਖਣ ਲਈ ਇਹ ਕੀ ਕਦਮ ਚੱਕ ਰਹੇ ਨੇ ਤਾਂ ਕਿ ਉਹ ਆਪਣੇ ਆਪ ਦੇ ਵਿੱਚ ਰਹਿਣ, ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ। ਜੇ ਵਾਕਿਆ ਕਿਸੇ ਨੂੰ ਲੱਗਦਾ ਸੀ ਕਿ ਉਸ ਦੇ ਪਰਿਵਾਰ ਦੀਆਂ, ਉਸ ਦੇ ਕੁੜੀ ਦੀਆਂ ਫੋਟੋਆਂ ਜੇ ਵਾਇਰਲ ਹੋਈਆਂ ਤੇ ਕੀ ਉਹ ਪੁਲਿਸ ਨੂੰ ਸ਼ਿਕਾਇਤ ਨਹੀਂ ਸੀ ਕਰ ਸਕਦਾ। ਇਹ ਸਾਰੀਆਂ ਘਟਨਾਵਾਂ ਇਸ ਕਰਕੇ ਹੋ ਰਹੀਆਂ ਕਿ ਕਿਤੇ ਨਾ ਕਿਤੇ ਜਿਹੜੀ ਲੀਡਰਸ਼ਿਪ ਆ ਪੁਲਿਸ ਦੀ, ਪੰਜਾਬ ਪੁਲਿਸ ਦੀ, ਉਹ ਕਮਜ਼ੋਰ ਆ, ਉਹ ਬਹੁਤ ਜਲਦੀ ਸਮਝੌਤੇ ਕਰ ਲੈਂਦੀ ਆ। ਉਹ ਕੰਪਰੋਮਾਈਜ਼ਡ ਇਸ ਕਰਕੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਮੈਨੂੰ ਤਾਂ ਦੇਖੋ ਆਫੀਸ਼ੀਏਟਿੰਗ ਡੀਜੀਪੀ ਬਣਾਇਆ ਹੋਇਆ, ਕੋਈ ਗੱਲ ਨਹੀਂ ਇਸੇ ਤਰ੍ਹਾਂ ਚੱਲੀ ਜਾਊਗਾ ਕਿਉਂਕਿ ਯੂਪੀਐਸਸੀ ਨੇ ਤਾਂ ਕਲੀਅਰ ਕਰਨਾ ਹੀ ਨਹੀਂ। ਤੇ ਘੱਟੋ ਘੱਟ ਮੈਂ ਆਮ ਆਦਮੀ ਪਾਰਟੀ ਦੇ ਰਹਿਮੋ ਕਰਮ ਤੇ ਤਾਂ ਚਲੋ ਡੀਜੀਪੀ ਬਣਿਆ ਰਹੂੰਗਾ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਤੁਹਾਡੀ ਜਿਹੜੀ ਥਲੜੀ ਫੋਰਸ ਆ ਖਾਸ ਤੌਰ ਤੇ ਉਹ ਕੰਮ ਨਹੀਂ ਕਰੇਗੀ ਔਰ ਇਸ ਦੇ ਨਤੀਜੇ ਤੁਹਾਨੂੰ ਇਸੇ ਕਰਕੇ ਭੁਗਤਣੇ ਪੈ ਰਹੇ ਆ। ਕਿਉਂ ਡਰੱਗਸ ਨਹੀਂ ਖਤਮ ਹੋ ਰਹੀਆਂ, ਕਿਉਂ ਕ੍ਰਾਈਮ ਨਹੀਂ ਖਤਮ ਹੋ ਰਹੀਆਂ? ਕਿਉਂਕਿ ਨੀਚੇ ਦੇ ਜਿਹੜੇ ਅਫਸਰ ਆ ਉਹਨਾਂ ਦੇ ਹੌਸਲੇ ਪਸਤ ਹੋਏ ਨੇ ਔਰ ਤੁਸੀਂ ਉਹਨਾਂ ਨੂੰ ਹੌਸਲਿਆਂ ਨੂੰ ਬਰਕਰਾਰ ਰੱਖਣ ਦੇ ਵਿੱਚ ਬਿਲਕੁਲ ਨਾਕਾਮਯਾਬ ਹੋ। ਵਿਵੇਕ ਦੇਬੋਰਾਏ ਦਰਅਸਲ ਚੇਅਰਮੈਨ ਨੇ ਇਕਨੋਮਿਕ ਐਡਵਾਈਜ਼ਰੀ ਕਾਉਂਸਲ, ਜੋ ਪ੍ਰਧਾਨ ਮੰਤਰੀ ਦੀ ਕਾਉਂਸਲ ਆ ਇਹ, ਔਰ ਚੇਅਰਮੈਨ ਨੇ, ਔਰ ਇਹੀ ਚੇਅਰਮੈਨ ਪ੍ਰਧਾਨ ਮੰਤਰੀ ਨੂੰ ਹਰ ਇੱਕ ਮਸਲੇ ਤੇ ਖਾਸ ਤੌਰ ਤੇ ਆਰਥਿਕ ਮਸਲਿਆਂ ਤੇ ਇਹ ਇੱਕ ਤਰ੍ਹਾਂ ਦੀ ਉਹਨਾਂ ਨੂੰ ਐਡਵਾਈਸ ਦਿੰਦੇ ਨੇ, ਉਹਨਾਂ ਨੂੰ ਸਲਾਹ ਦਿੰਦੇ ਨੇ। ਸਲਾਹ ਮਸ਼ਵਰਾ ਇਹਨਾਂ ਦਾ ਹੁੰਦਾ ਤੇ ਜੋ ਕੁਝ ਵੀ ਵਿਵੇਕ ਦੇਬੋਰਾਏ ਕਹਿੰਦੇ ਨੇ ਉਹ ਤੁਸੀਂ ਸਮਝ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹੀ ਕਹਿਣਾ ਚਾਹੁੰਦੇ ਆ। ਬੀਤੇ ਦਿਨੀ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਦ ਮਿੰਟ ਇਹ ਇੱਕ ਬਿਜ਼ਨਸ ਪੇਪਰ ਆ ਹਿੰਦੁਸਤਾਨ ਟਾਈਮਜ਼ ਦਾ, ਉਹਦੇ ਵਿੱਚ ਇੱਕ ਲੇਖ ਲਿਖਦੇ ਨੇ ਔਰ ਉਹ ਲੇਖ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲਾ ਹੁੰਦਾ। ਉਹ ਲੇਖ ਇਹ ਆ, ਤੁਸੀਂ ਵੀ ਪੜ੍ਹ ਸਕਦੇ ਹੋ, ਕਿ ਸਮਾਂ ਆ ਗਿਆ ਕਿ ਭਾਰਤ ਦਾ ਸੰਵਿਧਾਨ ਬਦਲ ਦੇਣਾ ਚਾਹੀਦਾ। ਕਹਿੰਦੇ ਇਹ ਜਿਹੜਾ ਸੰਵਿਧਾਨ ਆ ਇਹ ਇੱਕ ਤਰ੍ਹਾਂ ਦੀ ਬ੍ਰਿਟਿਸ਼ਰਸ ਦੀ ਦੇਣ ਆ, ਸਾਨੂੰ ਇੱਕ ਤਰ੍ਹਾਂ ਦੀ ਕਲੋਨੀਅਲ ਦੇਣ ਆ, ਯਾਨੀ ਕਿ ਉਹ ਸਾਨੂੰ ਦੇ ਕੇ ਗਏ ਨੇ, ਜਦ ਕਿ ਇਹਨਾਂ ਨੇ ਦੇਖਿਆ ਨਹੀਂ ਕਿ ਜਿਹੜੀ ਸਾਡੀ ਕੌਂਸਟੀਟਿਊਂਟ ਅਸੈਂਬਲੀ ਬਣੀ ਸੀ ਡਾਕਟਰ ਭੀਮ ਰਾਓ ਅੰਬੇਦਕਰ ਦੇ ਅਧੀਨ, ਉਹਨਾਂ ਨੇ ਕਿੰਨੀਆਂ ਥਾਵਾਂ ਤੋਂ, ਕਿੰਨੀਆਂ ਵੱਖਰੇ ਵੱਖਰੇ ਮੁਲਕ ਤੋਂ ਵੱਖਰੀਆਂ ਚੀਜ਼ਾਂ ਲਈਆਂ, ਕਿਤੋਂ ਫੰਡਾਮੈਂਟਲ ਰਾਈਟਸ, ਕਿਤੋਂ ਡਾਇਰੈਕਟਿਵ ਪ੍ਰਿੰਸੀਪਲਸ ਜਾਂ ਕਿਤੋਂ ਹੋਰ तमाम ਤਰ੍ਹਾਂ ਦੇ ਜਿਹੜੇ ਆਰਟੀਕਲਸ ਨੇ ਉਹ ਲਏ ਗਏ ਤਾਂ ਜਾ ਕੇ ਇਸ ਸੰਵਿਧਾਨ ਨੂੰ ਕੰਪਾਈਲ ਕੀਤਾ ਗਿਆ। ਤੇ ਹੁਣ ਇਹ ਚਾਹੁੰਦੇ ਨੇ ਕਿ ਸੰਵਿਧਾਨ ਹੀ ਬਦਲ ਦਿਓ, ਜਿਹੜਾ ਕਿ ਭਾਰਤ ਦਾ ਲੋਕਤੰਤਰ ਜਾਂ ਜਮਹੂਰੀਅਤ ਦਾ ਜਾਂ ਡੈਮੋਕ੍ਰੇਸੀ ਦਾ ਇੱਕ ਬੁਨਿਆਦੀ ਢਾਂਚਾ, ਸਾਰਾ ਕੁਝ ਇਸ ਤੇ ਖੜਾ। ਔਰ ਇਸੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੇ ਸੰਵਿਧਾਨ ਪੁਰਾਣੇ ਹੋ ਗਏ ਨੇ, ਔਰ ਹਵਾਲਾ ਇਹਨਾਂ ਨੇ ਕਿਹਨਾਂ ਨੇ ਦਿੱਤਾ? ਸ਼ਿਕਾਗੋ ਲਾਅ ਸਕੂਲ ਦਾ। ਸ਼ਿਕਾਗੋ ਲਾਅ ਸਕੂਲ ਦੀ ਇੱਕ ਸਟੱਡੀ ਆ, ਉਸ ਸਟੱਡੀ ਦੇ ਅਨੁਸਾਰ ਇਸ ਆਰਟੀਕਲ ਦੇ ਵਿੱਚ ਇਹਨਾਂ ਨੇ ਕਿਹਾ, ਕਹਿੰਦੇ ਜੇ 17 ਸਾਲ ਤੋਂ ਵੱਧ ਦਾ ਕੋਈ ਸੰਵਿਧਾਨ ਹੋ ਜੇ ਤੇ ਉਹਨੂੰ ਬਦਲ ਦੇਣਾ ਚਾਹੀਦਾ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਤੋਂ ਵੀ ਪੁਰਾਣੇ ਸੰਵਿਧਾਨ ਪਏ ਹੋਏ ਨੇ, ਚਾਹੇ ਉਹ US ਦਾ ਸੰਵਿਧਾਨ ਆ, ਅਮਰੀਕਾ ਦਾ 1788 ਦਾ, ਨਾਰਵੇ ਦਾ ਸੰਵਿਧਾਨ 1814 ਦਾ, ਬੈਲਜੀਅਮ ਦਾ ਸੰਵਿਧਾਨ 1831 ਦਾ, ਇਸੇ ਤਰ੍ਹਾਂ ਡੈਨਮਾਰਕ ਦਾ ਸੰਵਿਧਾਨ 1849 ਦਾ। ਹੋਰ ਵੀ ਮੇਰੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਨੇ। ਤੇ ਇਹਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਇਹਨਾਂ ਨੂੰ ਬਦਲ ਦਿਓ ਜਾਂ ਸੰਵਿਧਾਨ ਨੂੰ ਬਦਲ ਦਿਓ। ਇਹ ਵੀ ਕਹਿੰਦੇ ਨੇ ਆਪਣੇ ਆਰਟੀਕਲ ਦੇ ਵਿੱਚ, ਕਹਿੰਦੇ ਹੁਣ ਅਮੈਂਡਮੈਂਟਸ ਨਾਲ ਨਹੀਂ ਚੱਲਣਾ, ਜਿਹੜੀਆਂ ਅਸੀਂ ਸੋਧਾਂ ਕਰ ਰਹੇ ਹਾਂ ਉਹਦੇ ਨਾਲ ਨਹੀਂ ਚੱਲਣਾ, ਸਾਨੂੰ ਪੂਰੇ ਦਾ ਪੂਰਾ ਢਾਂਚਾ ਹੀ ਬਦਲਣਾ ਪਊਗਾ, ਸਾਨੂੰ ਦੁਬਾਰਾ ਡਰਾਇੰਗ ਬੋਰਡ ਤੇ ਜਾਣਾ ਪਊਗਾ। ਇਹ ਆਪਣੇ ਆਪ ਦੇ ਵਿੱਚ ਇੰਨੀ ਕੁ ਹੈਰਾਨ ਕਰਨ ਵਾਲੀ ਗੱਲ ਆ। ਔਰ ਅਗਲੀ ਗੱਲ ਹੀ ਕਹਿੰਦੇ ਆ, ਕਹਿੰਦੇ ਜਿਹੜੇ ਇਹਦੇ ਵਿੱਚ ਸ਼ਬਦ ਨੇ ਉਹ ਵੀ ਢੁਕਵੇਂ ਨਹੀਂ ਆ, ਚਾਹੇ ਉਹ ਸੋਸ਼ਲਿਸਟ ਆ, ਚਾਹੇ ਉਹ ਸੈਕੂਲਰ ਆ, ਚਾਹੇ ਉਹ ਡੈਮੋਕ੍ਰੈਟਿਕ ਆ, ਜਸਟਿਸ ਆ, ਲਿਬਰਟੀ ਆ, ਇਕੁਐਲਿਟੀ ਆ, ਇਹ ਸਾਰੇ ਦੇ ਸਾਰੇ ਸ਼ਬਦ ਵੀ ਕਹਿੰਦੇ ਬਦਲਨੇ ਪੈਣੇ ਆ। ਸੋ ਤੁਸੀਂ ਆਪ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਖਤਰਨਾਕ ਇਰਾਦੇ ਨੇ ਕਿ ਜੇ ਸੰਵਿਧਾਨ ਬਾਰ-ਬਾਰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੈਦਾ ਕਰਦਾ, ਅੜਚਨ ਪੈਦਾ ਕਰਦਾ, ਜਾਂ ਜਿਹੜੀ ਸਰਕਾਰ ਲਗਭਗ ਤਾਨਾਸ਼ਾਹੀ ਵੱਲ ਨੂੰ ਵੱਧ ਰਹੀ ਹੈ ਜਾਂ ਤਾਨਾਸ਼ਾਹ ਹੋ ਗਈ ਆ, ਉਹਨੂੰ ਸੰਵਿਧਾਨ ਕਿਤੇ ਨਾ ਕਿਤੇ ਇੱਕ ਅੜਚਨ ਲੱਗ ਰਿਹਾ, ਇਹਨੂੰ ਬਦਲਣਾ ਚਾਹੁੰਦੇ ਆ।
ਸੋ ਇਸੇ ਕਰਕੇ ਇਹ ਚੀਜ਼ ਮੈਂ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਸੀ। ਕੰਟਰੋਲਰ ਜਨਰਲ ਆਫ ਇੰਡੀਆ ਨੇ ਜਿਹੜੀਆਂ ਰਿਪੋਰਟਸ ਪੇਸ਼ ਕੀਤੀਆਂ, ਅੱਜ ਕੱਲ੍ਹ ਜਿਹੜੇ ਕੰਟਰੋਲਰ ਜਨਰਲ ਆਫ ਇੰਡੀਆ ਹੈ ਉਹਨਾਂ ਦਾ ਨਾਮ ਹੈ ਜੀ.ਸੀ. ਮੁਰਮੂ, ਗਰੀਸ਼ ਚੰਦਰ ਮੁਰਮੂ। ਉਹਨਾਂ ਨੇ ਰਿਪੋਰਟਸ ਦਿੱਤੀਆਂ ਔਰ ਇਸ ਟਾਈਮ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਜਿਹੜੀਆਂ ਰਿਪੋਰਟਸ ਆਈਆਂ ਨੇ, ਜਿਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਤੇ, ਉਹਨਾਂ ਦੀ ਜਾਂਚ ਹੋਵੇ, ਉਹਨਾਂ ਦੀ ਤਫਤੀਸ਼ ਹੋਵੇ। ਠੀਕ ਹੈ, ਪਰ ਜਦੋਂ ਗਹਿਰਾਈ ਦੇ ਨਾਲ, ਥੋੜ੍ਹਾ ਡੂੰਘਾਈ ਦੇ ਨਾਲ ਇਹਨਾਂ ਰਿਪੋਰਟਸ ਨੂੰ ਦੇਖਿਆ ਗਿਆ ਤੇ ਫਿਰ ਪਤਾ ਲੱਗਾ ਕਿ ਜਿਹੜੀ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼, ਜਿਹਦੇ ਮੰਤਰੀ ਨੇ ਨਿਤਿਨ ਗਡਕਰੀ, ਕੇਵਲ ਇਸ ਨੂੰ ਕਿਉਂ ਟਾਰਗੇਟ ਕੀਤਾ ਗਿਆ? ਤੁਸੀਂ ਚਾਹੇ ਦੁਆਰਕਾ ਐਕਸਪ੍ਰੈਸ ਦੀ ਗੱਲ ਕਰ ਲਓ, ਜਿੱਥੇ 18 ਕਰੋੜ ਦੀ ਰੋਡ ਮੈਂ ਤੁਹਾਨੂੰ ਦੱਸ ਰਿਹਾ ਸੀ 250 ਕਰੋੜ ਦੀ ਕਹੀ ਗਈ ਹੈ, 251 ਕਰੋੜ ਦੀ ਕਹੀ ਗਈ ਹੈ, ਤੇ ਦੂਸਰੇ ਪਾਸੇ ਭਾਰਤਮਾਲਾ ਜਿਹੜਾ ਪ੍ਰੋਜੈਕਟ ਹੈ, ਜਿੱਥੇ 70,000 ਜਾਂ 75,000 ਕਿਲੋਮੀਟਰ ਬਣਨਾ ਸੀ, ਉੱਥੇ ਵੀ 10 ਕਰੋੜ ਤੋਂ ਵੱਧ ਦਾ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਪੈਸਾ ਲੱਗਾ। ਇਸ ਕਰਕੇ ਥੋੜਾ ਸ਼ੱਕ ਹੋਇਆ ਕਿ ਸਾਰੀਆਂ ਹੋਰ ਬੜੇ ਮਹਿਕਮੇ ਨੇ, ਉਹਨਾਂ ਮਹਿਕਮਿਆਂ ਦੇ ਖਿਲਾਫ ਵੀ ਤਮਾਮ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ, ਬਹੁਤ ਸ਼ਿਕਾਇਤਾਂ ਨੇ, ਪਰ ਉਹਨਾਂ ਦੀ ਇਸ ਗਰੀਸ਼ ਚੰਦਰ ਮੁਰਮੂ ਨੇ, ਜਿਹੜੇ ਕੰਟਰੋਲਰ ਜਨਰਲ ਆਫ ਇੰਡੀਆ ਜਿਨ੍ਹਾਂ ਨੂੰ ਕਹਿ ਦਿੰਦੇ ਆ ਅਸੀਂ, ਇਹਨਾਂ ਨੇ ਇਸ ਦੀ ਤਫਤੀਸ਼ ਕੀਤੀ ਹੈ। ਉਹਨਾਂ ਮਹਿਕਮੇ ਵੱਲੋਂ ਕਿਉਂ ਨਹੀਂ ਗਏ? ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜੇ ਨੇ? ਔਰ ਦੂਸਰੀ ਗੱਲ ਕਿ ਕੇਵਲ ਤੇ ਕੇਵਲ ਨਿਤਿਨ ਗਡਕਰੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਲੱਗਦਾ ਕਿ ਜੇ ਸਨ 2024 ਦੇ ਵਿੱਚ 60-70 ਸੀਟਾਂ, 50-60 ਸੀਟਾਂ ਜਾਂ ਇਸ ਤੋਂ ਥੋੜ੍ਹੀਆਂ ਵੱਧ ਸੀਟਾਂ ਜੇ ਘਟ ਗਈਆਂ, ਭਾਰਤੀ ਜਨਤਾ ਪਾਰਟੀ ਜੇ ਬਹੁਮਤ ਦੇ ਵਿੱਚ ਨਾ ਆਈ, 272 ਦਾ ਅੰਕੜਾ ਇਹ ਨਾ ਪਾਰ ਕਰ ਸਕੀ, ਤੇ ਹੋ ਸਕਦਾ ਨਿਤਿਨ ਗਡਕਰੀ ਨੂੰ ਅੱਗੇ ਕਰ ਦਿੱਤਾ ਜਾਵੇ। ਔਰ ਜਿਹੜੇ ਇਸ ਤਰ੍ਹਾਂ ਦੇ ਕਈ ਇਸ ਤਰ੍ਹਾਂ ਦੀਆਂ ਪਾਰਟੀਆਂ ਨੇ ਜਿਹੜੀਆਂ ਨਿਤਿਨ ਗਡਕਰੀ ਦੇ ਨਾਂ ਤੇ ਅੱਗੇ ਆ ਜਾਣਗੀਆਂ, ਚਾਹੇ ਉਹ ਮਮਤਾ ਬੈਨਰਜੀ ਆ, ਚਾਹੇ ਉਹ ਸ਼ਰਦ ਪਵਾਰ ਆ, ਚਾਹੇ ਉਹ ਆਮ ਆਦਮੀ ਪਾਰਟੀ ਆ, ਜਾਂ ਹੋਰ ਵੀ ਕਈ ਪਾਰਟੀਆਂ ਹੋਣਗੀਆਂ ਜਿਹੜੀਆਂ ਨਿਤਿਨ ਗਡਕਰੀ ਨੂੰ ਤਾਂ ਸਪੋਰਟ ਦੇ ਸਕਦੀਆਂ ਪਰ ਨਰਿੰਦਰ ਮੋਦੀ ਨੂੰ ਸਪੋਰਟ ਨਹੀਂ ਦੇਣੀ। ਸੋ ਇਸ ਕਰਕੇ, ਔਰ ਦੂਸਰੀ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਕਿ ਜਿਹੜੇ ਕੰਟਰੋਲਰ ਜਨਰਲ ਆਫ ਇੰਡੀਆ ਨੇ, ਕੈਗ ਨੇ ਅੱਜ ਕੱਲ੍ਹ, ਉਹ ਨਰਿੰਦਰ ਮੋਦੀ ਦੇ ਖਾਸਮ ਖਾਸ ਨੇ। ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਇਹੀ ਗਰੀਸ਼ ਚੰਦਰ ਮੁਰਮੂ ਜਿਹੜੇ ਹੁਣ ਕੈਗ ਨੇ, ਇਹ ਉੱਥੇ ਪ੍ਰਿੰਸੀਪਲ ਸੈਕਟਰੀ ਸੀ ਔਰ ਸਾਰਾ ਇਹਨਾਂ ਦਾ ਕੰਮ ਸੰਭਾਲਦੇ ਸੀ। ਜਦੋਂ ਗੁਜਰਾਤ ਦੇ ਦੰਗੇ ਹੋਏ ਤੇ ਇਹ ਉੱਥੇ ਜੁਆਇੰਟ ਸੈਕਟਰੀ ਸੀ, ਬਲਕਿ ਹੋਮ ਦਾ, ਗ੍ਰਹਿ ਵਿਭਾਗ ਦਾ ਕੰਮ ਵੀ ਗੁਜਰਾਤ ਦਾ ਇਹੀ ਸੰਭਾਲਦੇ ਸੀ, ਇੰਨੇ ਖਾਸ ਆ। ਤੇ ਜਦੋਂ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣ ਗਏ ਤੇ ਇਹਨਾਂ ਨੇ ਇਹਨਾਂ ਨੂੰ, ਯਾਨੀ ਕਿ ਗਰੀਸ਼ ਚੰਦਰ ਮੁਰਮੂ ਨੂੰ, ਜਿਹੜੇ ਉੜੀਸਾ ਦੇ ਰਹਿਣ ਵਾਲੇ ਆ, ਇਹਨਾਂ ਨੂੰ ਆਪਣੇ ਨਾਲ ਹੀ ਇੱਥੇ ਲੈ ਆਏ। ਸੋ ਇਸ ਕਰਕੇ ਤੁਸੀਂ ਇੱਕ ਤਰ੍ਹਾਂ ਇਹ ਚੀਜ਼ ਸਮਝ ਸਕਦੇ ਹੋ ਕਿ ਇਹਨਾਂ ਦੇ ਬੜੇ ਨਜ਼ਦੀਕੀ ਨੇ, ਔਰ ਇਹਨਾਂ ਦੇ ਜਿਹੜੇ ਨਜ਼ਦੀਕੀ ਨੇ ਉਹ ਇੱਕ ਖਾਸ ਮੰਤਰੀ ਨੂੰ ਟਾਰਗੇਟ ਕਰਦੇ ਨੇ, ਯੂਨੀਅਨ ਮੰਤਰੀ ਨੂੰ, ਨਿਤਿਨ ਗਡਕਰੀ, ਜਿਨ੍ਹਾਂ ਦਾ ਆਪਸ ਦੇ ਵਿੱਚ ਲਗਾਤਾਰ ਸਾਰੇ ਸਰਕਲਸ ਨੂੰ ਪਤਾ, ਦਿੱਲੀ ਦੇ ਵਿੱਚ ਸਭ ਨੂੰ ਪਤਾ ਕਿ ਆਪਸ ਦੇ ਵਿੱਚ ਟਕਰਾਅ ਚੱਲ ਰਿਹਾ। ਬਲਕਿ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਤਾਂ ਇਹ ਵੀ ਚੱਲ ਰਹੀਆਂ ਸੀ ਕਿ ਸ਼ਾਇਦ ਨਿਤਿਨ ਗਡਕਰੀ ਨੂੰ ਟਿਕਟ ਵੀ ਨਾ ਮਿਲੇ। ਇਹ ਸਾਰੀਆਂ ਗੱਲਾਂ ਦੇ ਵਿੱਚ ਇਹ ਚੀਜ਼ ਉੱਭਰਦੀ ਹੈ ਤੇ ਮੈਨੂੰ ਫਿਰ ਵਿਨੋਦ ਰਾਏ ਵੀ ਯਾਦ ਆ ਜਾਂਦੇ ਆ। ਵਿਨੋਦ ਰਾਏ ਉਹ ਕੰਟਰੋਲਰ ਜਨਰਲ ਆਫ ਇੰਡੀਆ ਨੇ ਜਿਹੜੇ ਡਾਕਟਰ ਮਨਮੋਹਨ ਸਿੰਘ ਵੇਲੇ ਰਹੇ, ਤੇ ਇਹਨਾਂ ਨੇ ਕਿਹਾ ਸੀ ਕਿ 2G ਸਕੈਮ, ਇਹਨਾਂ ਨੇ ਕਿਹਾ ਸੀ ਕਿ ਜਿਹੜੇ ਕੋਲ ਬਲਾਕਸ ਆ ਜਾਂ ਜਿਹੜੇ ਕੋਲੇ ਦੀਆਂ ਖਾਨਾਂ ਦੇ ਬਲਾਕਸ ਨੇ ਉਹ ਦਿੱਤੇ ਗਏ ਨੇ। ਤੇ ਇਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਹਿਤਾ ਸੀ ਕਿ ਡਾਕਟਰ ਮਨਮੋਹਨ ਸਿੰਘ ਦਾ ਨਾਂ ਵਿੱਚ ਨਾ ਆਵੇ ਰਿਪੋਰਟਾਂ ਦੇ ਵਿੱਚ, ਇਸ ਕਰਕੇ ਕਾਂਗਰਸ ਦੇ ਜਿਹੜੇ MP ਆ, ਸੰਜੇ ਨਿਰੁਪਮ ਜਾਂ ਹੋਰ ਕਈ ਨੇ, ਉਹਨਾਂ ਨੇ ਮੇਰੇ ਤੇ ਦਬਾਅ ਪਾਇਆ, ਇਸ ਕਰਕੇ ਮੈਂ ਡਾਕਟਰ ਮਨਮੋਹਨ ਸਿੰਘ ਦਾ ਨਾਂ ਵਿੱਚ ਨਹੀਂ ਲਿਖਿਆ। ਤੇ ਤੁਹਾਨੂੰ ਪਤਾ ਬਾਅਦ 'ਚ ਕੀ ਹੋਇਆ? ਜਦੋਂ ਇਹਨਾਂ ਤੇ ਸੰਜੇ ਨਿਰੁਪਮ ਨੇ ਕੇਸ ਕਰਤਾ ਦਿੱਲੀ ਦੇ ਵਿੱਚ, ਤੇ ਉਸ ਤੋਂ ਬਾਅਦ ਸਨ 2021 ਦੇ ਵਿੱਚ ਇਸੇ ਕੰਟਰੋਲਰ ਜਨਰਲ ਆਫ ਇੰਡੀਆ ਨੇ, ਜਿਹੜੇ ਆਡਿਟ ਕਰਦੇ ਆ, ਵਿਨੋਦ ਰਾਏ ਨੇ ਮਾਫੀ ਮੰਗੀ ਸੀ। ਕਹਿੰਦੇ ਮੇਰੇ ਤੋਂ ਗਲਤੀ ਨਾਲ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਹੀ ਗਈ, ਮੇਰੇ ਤੇ ਕਿਸੇ ਨੇ ਪ੍ਰੈਸ਼ਰ ਨਹੀਂ ਪਾਇਆ। ਔਰ ਕਾਂਗਰਸ ਨੇ ਉਦੋਂ ਇਹ ਵੀ ਕਿਹਾ ਸੀ ਕਿ ਤੁਹਾਨੂੰ ਪੂਰੀ ਕਾਂਗਰਸ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਡਾਕਟਰ ਮਨਮੋਹਨ ਸਿੰਘ ਤੋਂ ਵੀ ਮਾਫੀ ਮੰਗਣੀ ਚਾਹੀਦੀ ਹੈ। ਕਹਿਣ ਦਾ ਭਾਵ ਸਾਰੀਆਂ ਗੱਲਾਂ ਦਾ ਇਹ ਆ ਕਿ ਇਹ ਜਿਹੜੇ ਕੈਗ ਆ, ਇਹ ਜਿਹੜਾ ਇੱਕ ਇੰਸਟੀਚਿਊਟ ਆ, ਇਹ ਜਿਹੜਾ ਅਦਾਰਾ ਕੰਟਰੋਲਰ ਜਨਰਲ ਆਫ ਇੰਡੀਆ ਦਾ,
ਕੀ ਇਸ ਨੂੰ ਕੇਵਲ ਤੇ ਕੇਵਲ ਪੋਲੀਟੀਕਲ ਹਿੱਤਾਂ ਲਈ ਇਸਤੇਮਾਲ ਕੀਤਾ ਜਾਂਦਾ? ਕਿਸ ਨੂੰ ਟਾਰਗੇਟ ਕਰਨਾ, ਕਿਸ ਨੂੰ ਟਾਰਗੇਟ ਨਹੀਂ ਕਰਨਾ, ਕਿਸ ਨੂੰ ਨੁਕਰੇ ਲਾਉਣਾ, ਕਿਸ ਨੂੰ ਸਿਆਸਤ ਤੋਂ ਬਾਹਰ ਕਰਨਾ? ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ। ਮੈਂ ਮਨਪ੍ਰੀਤ ਰੰਧਾਵਾ।